श्री वाहिगुरु साहिब जी। नवाब पंथ सब दियो गवाई। नवाब पंथ सब दियो गवाई। भाई महताब सिंह जी भाई बलाका जी के कोलों पंजाब के हालात बारे पुछदा है। भाई बलाका जी सारी गल दसदे हैं कि इस तरीके नाल दरबार साहिब जी की बेअदबी हो रही है मस्सा रंगड़ दे वल्लों ਅਤੇ पंजाब ਦੇ ਵਿੱਚ ਸਿੱਖਾਂ ਨੂੰ बहुत तंग किया जा रहा है। इसे करके सिख पंजाब ਨੂੰ ਛੱਡ के आसे पासे होए हैं, ਜਿਹਦੇ करके सरकार ਜਿਹੜੀਆਂ ਵਧੀਕੀਆਂ करके गुरधामां ਦੀ बेअदबियां करा रही हैं। भाई महताब सिंह जी कहते कोई बदला लैण वाला नहीं, ते अगे भाई बलाका सिंह जी कहते सारे ही अपनी अपनी जान को बचा रहे हैं। इस तो अलावा भाई बलाका सिंह कहते महताब सिया इथों तक हुण लोग मश्करियां कर लग पे हैं। नवाब पंथ सब दियो गवाए। ये जिहड़े अपने आप को सिख समझते सन, खालसा समझते सन, गुरु का सिख समझते सन, जकरिया खान नवाब ने पंजाब दे विचों सारे सिखां नूं भजा दिता है, सारे सिखां नूं मार दिता है, पंजाब विचों सिख खत्म कर दिते हैं। अजिहे लोग हुण बचन कर रहे हैं, गल्लां करदे हन। सिंह सुनियत कहु जग मैं नाही। सिंह सुनियत कहु जग मैं नाही। हुण सारे पासे इहो गल्लां हुंदियां हन कि संसार दे विच पंजाब दे विच कोई भी सिख नहीं रह गया, सारे ही जकरिया खान ने खत्म कर दिते हन। नाम खालसा सिंह जपाही। नाम खालसा सिंह जपाही। भाई बलाका सिंह जी कहते हैं लोग कहते सन ये वो खालसा है जिहड़ा खालसा जिहड़ा लड़न मरन वास्ते तैयार रहिंदा सी। ये वो खालसा है जिहड़ा नाम जपदा हुंदा सी। पर हुण पता नहीं इस खालसे नूं की हो गया है। नाम खालसा सिंह जपाही, क्योंकि खालसे दा सिंघां दा इन्ना ज़्यादा प्रताप सी, इन्ना ज़्यादा प्रभाव सी सारे उत्ते कि लोग मदद वास्ते खालसे दी शरण विच आउंदे सन। जो सिख नित उठ शब्द उचारै। जो सिख नित उठ शब्द उचारै। जेड़े सिख अमृत वेले उठ के उस अपने वाहिगुरु दी इबादत करदे हन, अपने वाहिगुरु दा नाम जपदे हन, नितनेम करदे हन, बाणी पढ़दे हन। जो लूट कूट नित तुरकन मारै। लूट कूट नित तुरकन मारै। ਅਤੇ ਸੰਸਾਰ ਦੇ ਵਿੱਚ ਸੂਬਿਆਂ ਦੇ ਵਿੱਚ ਜਿਹੜੀ ਸਰਕਾਰ ਲੋਕਾਂ ਨੂੰ ਤੰਗ ਕਰਦੇ ਸਨ, ਲੋਕਾਂ ਨਾਲ ਵਧੀਕੀਆਂ ਕਰਦੇ ਸਨ, ਇਹ ਖਾਲਸਾ ਉੱਠ ਕੇ ਤੁਰਕਾਂ ਨੂੰ ਲੁੱਟਦਾ ਸੀ, ਕੁੱਟਦਾ ਸੀ, ਉਹਨਾਂ ਨੂੰ ਸਜ਼ਾਵਾਂ ਦਿੰਦਾ ਸੀ। ਜਪ ਤਪ ਸੰਜਮ ਨੇਮ ਕਰਾਵੈ। ਜਪ ਤਪ ਸੰਜਮ ਨੇਮ ਕਰਾਵੈ। ਇਹ ਖਾਲਸਾ ਜਪੀ ਸੀ, ਤਪੀ ਸੀ, ਨੇਮੀ ਸੀ, ਸੰਜਮੀ ਸੀ, ਸੰਤੋਖੀ ਸੀ, दैवी गुणा दे नाल भरपूर सी। हरेक पग तो खालसा जिहड़ा उस वक्त चढ़दी कला विच सी। अकाल अकाल कह शीस चढ़ावै। अकाल अकाल कह शीस चढ़ावै। सारे पासे जिहड़े अकाल अकाल दीयां धूमां पैंदियां सन। ਅਤੇ ਇਹ ਖਾਲਸਾ ਜਦੋਂ ਆਪ ਸ਼ਹੀਦੀ ਪਾਉਣੀ ਹੁੰਦੀ ਸੀ ਤੇ ਉਸ ਅਕਾਲ ਅਕਾਲ ਦਾ ਨਾਮ ਜਪਦੇ ਸਨ ਤੇ ਹੱਸ ਹੱਸ ਕੇ ਸ਼ਹੀਦੀਆਂ ਦਿੰਦੇ ਸਨ। ਅਬ ਹੈ ਤੁਮ ਹੀ ਸੇ ਕੁਹਾ ਸਿੰਘ। ਅਬ ਹੈ ਤੁਮ ਹੀ ਸੇ ਕੁਹਾ ਸਿੰਘ। ਪਰ ਭਾਈ ਬਲਾਕਾ ਜੀ ਕਹਿੰਦੇ ਹੁਣ ਉਹ ਲੋਕ ਗੱਲਾਂ ਕਰਦੇ ਹਨ ਜਿਹੜੇ ਲੋਕ ਪਹਿਲਾਂ ਕਹਿੰਦੇ ਸਨ ਵੀ ਖਾਲਸੇ ਵਰਗੀ ਸ਼ਕਤੀ ਕੋਈ ਨਹੀਂ, ਸਿੱਖਾਂ ਵਰਗੀ ਕਿਸੇ ਦੀ ਹੈਸੀਅਤ ਕੋਈ ਨਹੀਂ, ਇਹ ਪ੍ਰਭਾਵਸ਼ਾਲੀ ਹਨ, ਇਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਹਨ, ਇਹ ਗਰੀਬਾਂ ਦੇ ਸਹਾਰੇ ਬਣਨ ਵਾਲੇ ਹਨ, ਕਿਉਂਕਿ ਹੱਠੀ ਹਨ, ਜਪੀ ਹਨ, ਨੇਮੀ ਹਨ, ਨਾਮ ਦੇ ਵਿੱਚ ਭਿੱਜੇ ਰਹਿੰਦੇ ਹਨ। ਪਰ ਹੁਣ ਉਹ ਲੋਕ ਹੀ ਕਹਿੰਦੇ ਅਬ ਹੈ ਤੁਮ ਹੀ ਹੈ ਕੂਹਾ ਸਿੰਘ। ਹੁਣ ਜਿਹੜੇ ਉਹ ਸਿੱਖ ਇਹ ਨਹੀਂ ਰਹਿ ਗਏ ਜਿਹੜੇ ਪ੍ਰਮਾਤਮਾ ਦੇ ਭਾਣੇ ਵਿੱਚ ਚੱਲਣ ਵਾਲੇ ਸਨ, ਜਿਹੜੇ ਹਰ ਵਕਤ ਇਹ ਬਚਨ ਉਚਾਰਦੇ ਫਿਰਦੇ ਸਨ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਣ। ਪਰ ਹੁਣ ਇਹ ਉਹ ਸਿੱਖ ਹਨ ਜਿਹੜੇ ਡਰ ਡਰ ਕੇ ਆਪਣੇ ਜੀਵਨ ਦਾ ਨਿਰਵਾਹ ਚਲਾ ਰਹੇ ਹਨ। ਹੁਣ ਜਿਹੜੇ ਲੋਕ ਕਹਿੰਦੇ ਹਨ ਕਿ ਇਹ ਖਾਲਸਾ ਹੁਣ ਉਹ ਖਾਲਸਾ ਨਹੀਂ ਰਿਹਾ, ਇਸ ਖਾਲਸੇ ਦੀ ਤਾਕਤ ਘਟ ਗਈ ਹੈ,
ਇਸ ਵਿੱਚ ਮਿਲਾਵਟ ਹੋ ਗਈ ਹੈ। ਇਹ ਜਿਹੜੇ ਸਿੱਖ ਹੁਣ ਉਹ ਸਿੱਖ ਨਹੀਂ ਰਹੇ ਜਿਹੜੇ ਮਰਨ ਵਾਸਤੇ ਤਿਆਰ ਪਰ ਤਿਆਰ ਰਹਿੰਦੇ ਸਨ, ਸਗੋਂ ਹੁਣ ਜ਼ਕਰੀਆ ਖਾਂ ਤੋਂ ਡਰਦੇ ਹੋਏ, ਸਰਕਾਰ ਤੋਂ ਡਰਦੇ ਹੋਏ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਲੁਕੇ ਫਿਰਦੇ ਹਨ। ਨੱਠ ਕਰ ਲੰਬੀ ਡਿੱਗ ਗਏ ਨੱਠ ਕਰ ਲੰਬੀ ਡਿੱਗ। ਹੁਣ ਵੱਡੀਆਂ ਵੱਡੀਆਂ ਝੁੰਗੀਆਂ ਦੇ ਵਿੱਚ, ਵੱਡੀਆਂ ਵੱਡੀਆਂ ਜਿਹੜੀਆਂ ਗੁਫਾਵਾਂ ਦੇ ਵਿੱਚ, ਜਾਂ ਬਹੁਤ ਦੂਰ ਜਾ ਕੇ ਛਿਪ ਕੇ ਆਪਣੇ ਜਨਮ ਤੋਂ ਬਤੀਤ ਕਰ ਰਹੇ ਹਨ। ਹੁਣ ਉੱਥੇ ਜਾ ਕੇ ਜਿਹੜੀਆਂ ਆਪਣੇ ਜੀਵਨ ਦਾ ਨਿਰਵਾਹ ਚਲਾ ਰਹੇ ਹਨ, ਪਰ ਹੁਣ ਇਹਨਾਂ ਵਿੱਚੋਂ ਕੋਈ ਉੱਭਰ ਕੇ ਆ ਨਹੀਂ ਰਿਹਾ, ਕਿਉਂਕਿ ਹੁਣ ਇਹਨਾਂ ਦੀ ਤਾਕਤ ਖਤਮ ਹੋ ਗਈ ਹੈ। ਜੈ ਸੁਨ ਸਿੰਘ ਜੀ ਚਿੱਪ ਲੱਗੀ ਜਨ ਕਰ ਬਿਛੂ ਡਾਗ। ਜੈ ਸੁਣ ਸਿੰਘ ਜੀ ਚਿੱਪ ਲੱਗੀ ਜਨ ਕਰ ਬਿਛੂ ਡਾਗ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਭਾਈ ਬਲਾਕਾ ਜੀ ਦੇ ਕੋਲ ਅਜਿਹੇ ਬਚਨ ਸੁਣੇ ਕਿ ਲੋਕ ਵੀ ਹੁਣ ਸਿੱਖਾਂ ਨੂੰ ਮਾੜਾ ਕਹਿਣ ਲੱਗ ਪਏ ਹਨ, ਲੋਕ ਵੀ ਹੁਣ ਖਾਲਸੇ ਦੇ ਤੌਹਮਤਾਂ ਲਾਉਣ ਲੱਗ ਪਏ ਹਨ, ਲੋਕ ਵੀ ਹੁਣ ਖਾਲਸੇ ਵੱਲ ਉਂਗਲੀਆਂ ਕਰਨ ਲੱਗ ਪਏ ਹਨ, ਤੇ ਭਾਈ ਮਹਿਤਾਬ ਸਿੰਘ ਨੂੰ, ਜਥੇਦਾਰ ਬੁੱਢਾ ਸਿੰਘ ਅਤੇ ਬਾਕੀ ਸਿੱਖਾਂ ਨੂੰ ਜਿਹੜੀ ਚਿੱਪ ਲੱਗ ਗਈ, ਬੜੀਆ ਇਸ ਗੱਲ ਦੀ ਜਿਹੜੀ ਦੁੱਖ ਹੋਇਆ, ਜਿਵੇਂ ਬਿਛੂ ਡੰਗ ਮਾਰ ਦਵੇ ਤੇ ਦਰਦ ਉੱਠਦਾ ਹੈ। ਲੋਕਾਂ ਦੀਆਂ ਗੱਲਾਂ ਭਾਈ ਬਲਾਕਾ ਜੀ ਕੋਲ ਸੁਣ ਕੇ ਸਾਰੇ ਹੀ ਖਾਲਸੇ ਨੂੰ ਬੜਾ ਦੁੱਖ ਹੋਇਆ, ਜਿਵੇਂ ਬਿਛੂ ਡੰਗ ਮਾਰਦਾ ਹੈ। ਧਨ ਮਨ ਅਚਬੀ ਬਹੁ ਲਗੀ ਚਿਤ ਧਾਰਿਓ ਮਰਨ ਨਿਸਾਕ। ਧਨ ਮਨ ਅਚਬੀ ਬਹੁ ਲੱਗੀ ਚਿਤ ਧਾਰਿਓ ਮਰਨ ਨਿਸਾਕ। ਜਦੋਂ ਅਜਿਹੀਆਂ ਗੱਲਾਂ ਸੁਣੀਆਂ ਤੇ ਭਾਈ ਬੁੱਢਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ ਅਤੇ ਸਮੁੱਚੇ ਖਾਲਸੇ ਨੇ ਪ੍ਰਣ ਕਰ ਲਿਆ, ਖਾਲਸਾ ਜੀ ਹੁਣ ਜਿਹੜਾ ਵਾ ਸਮਾਂ ਆ ਗਿਆ ਹੈ ਸਾਹਮਣੇ ਉੱਭਰ ਕੇ ਆਉਣ ਦਾ, ਹੁਣ ਲੁਕ ਛਿਪ ਕੇ ਰਹਿਣ ਦਾ ਸਮਾਂ ਨਹੀਂ। ਹੁਣ ਦੱਸਣਾ ਪਵੇਗਾ ਸੰਸਾਰ ਦੇ ਲੋਕਾਂ ਨੂੰ ਕਿ ਇਹ ਉਹ ਖਾਲਸਾ ਹੈ ਜਿਹੜਾ ਮਰਨ ਵਾਸਤੇ ਤਿਆਰ ਰਹਿੰਦਾ ਸੀ। ਹੁਣ ਦੱਸਣਾ ਪਵੇਗਾ ਲੋਕਾਂ ਨੂੰ ਕਿ ਇਹ ਉਹ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਹੋਇਆ ਹੈ, ਜਿਹੜਾ ਨੇਮੀ ਹੈ, ਜਿਹੜਾ ਪ੍ਰਮਾਤਮਾ ਦੇ ਭੈ ਦੇ ਵਿੱਚ ਜੀਵਨ ਬਤੀਤ ਕਰਦਾ ਹੈ, ਕਿਸੇ ਤੋਂ ਡਰਦਾ ਨਹੀਂ, ਕਿਸੇ ਦੇ ਅੱਗੇ ਝੁਕਦਾ ਨਹੀਂ। ਹੁਣ ਦੱਸਣਾ ਪਵੇਗਾ ਲੋਕਾਂ ਨੂੰ ਕਿ ਇਹ ਖਾਲਸਾ ਜਿਹੜਾ ਵਾ ਉਸੇ ਤਰੀਕੇ ਨਾਲ ਸ਼ਹੀਦੀਆਂ ਪਾਉਣ ਵਾਸਤੇ ਵੀ ਤਿਆਰ ਬਰ ਤਿਆਰ ਰਹਿੰਦਾ ਹੈ। ਇਸ ਕਰਕੇ ਹੁਣ ਖਾਲਸਾ ਦੀ ਪ੍ਰਣ ਕਰ ਲਵੋ ਕਿ ਲੁਕ ਛਿਪ ਕੇ ਹੁਣ ਜੀਵਨ ਨਹੀਂ ਬਤੀਤ ਕਰਾਂਗੇ, ਸਗੋਂ ਮੈਦਾਨੇ ਜੰਗ ਦੇ ਵਿੱਚ ਜੂਝਦਿਆਂ ਹੋਇਆਂ ਜਾਂ ਮਰ ਜਾਵਾਂਗੇ ਤਾਂ ਜਾਂ ਮਾਰ ਦਵਾਂਗੇ। ਮਾੜੀ ਕੱਥੋ ਵਾਲ ਸੁੱਖਾ, ਮਾੜੀ ਕੱਥੋ ਵਾਲ ਸੁੱਖਾ ਸਿੰਘ ਤ੍ਰਿਖਾਨ ਥੋ। ਮਾੜੀ ਕੰਬੋ ਵਾਲ ਸੁੱਖਾ ਸਿੰਘ ਤਰਖਾਨ ਥੋ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਦੋਂ ਅਜਿਹੇ ਬਚਨ ਸੁਣੇ ਤੇ ਭਾਈ ਬੁੱਢਾ ਸਿੰਘ ਜੀ ਨੇ ਐਲਾਨ ਕੀਤਾ, ਖਾਲਸਾ ਜੀ ਉਠੋ, ਕੋਈ ਸੂਰਮਾ ਹਰਮੰਦਰ ਸਾਹਿਬ ਦੇ ਬੇਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢ ਕੇ ਖਾਲਸੇ ਦੇ ਅੱਗੇ ਪੇਸ਼ ਕਰੋ ਤੇ ਲੋਕਾਂ ਨੂੰ ਦੱਸ ਦਓ ਕਿ ਖਾਲਸਾ ਜਿਹੜਾ ਵਾ ਕਿਸੇ ਦੀਆਂ ਵਧੀਕੀਆਂ ਨਹੀਂ ਸਹਾਰਦਾ, ਖਾਲਸਾ ਜਿਹੜਾ ਕਿਸੇ ਦਾ ਗੁਲਾਮ ਨਹੀਂ, ਖਾਲਸਾ ਕਿਸੇ ਤੋਂ ਡਰ ਕੇ ਰਹਿਣ ਵਾਲਾ ਨਹੀਂ। ਇਸ ਕਰਕੇ ਕੋਈ ਸੂਰਮਾ ਉਠੋ ਤੇ ਜਾ ਕੇ ਮੱਸੇ ਰੰਗੜ ਦਾ ਸਿਰ ਵੱਢ ਕੇ ਖਾਲਸੇ ਦੇ ਅੱਗੇ ਭੇਟਾ ਕਰੋ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਭਾਈ ਬੁੱਢਾ ਸਿੰਘ ਜੀ ਨੇ ਅਜਿਹੇ ਬਚਨ ਕਹੇ ਤੇ ਮੇਰਾ ਦਾਦਾ ਭਾਈ ਮਹਿਤਾਬ ਸਿੰਘ ਉਹ ਉੱਠਿਆ ਤੇ ਕਹਿਣ ਲੱਗਾ, ਖਾਲਸਾ ਜੀ ਇਹ ਕਾਰਜ ਮੈਂ ਕਰਾਂਗਾ, ਇਸ ਕਾਰਜ ਵਾਸਤੇ ਮੈਂ ਜਾਵਾਂਗਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਜਾ ਕੇ ਮੱਸਾ ਰੰਗੜ ਦਾ ਸਿਰ ਵੱਢ ਕੇ ਖਾਲਸੇ ਦੇ ਅੱਗੇ ਭੇਟਾ ਕਰਾਂਗਾ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਇੱਕ ਭਾਈ ਮਹਿਤਾਬ ਸਿੰਘ ਜੀ ਮੇਰੇ ਦਾਦਾ ਜੀ ਉੱਠੇ, ਸੁੱਖਾ ਸਿੰਘ ਤਰਖਾਨ ਥੋ, ਤੇ ਦੂਸਰਾ ਸਿੰਘ ਨਾਲ ਉੱਠਿਆ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲਾ, ਜਿਹੜਾ ਦੁਨਿਆਵੀ ਤੌਰ ਤੇ ਤਰਖਾਨ ਹੈ। ਭਾਈ ਸੁੱਖਾ ਸਿੰਘ ਜੀ ਉੱਠਿਆ ਕਿ ਖਾਲਸਾ ਜੀ ਮੈਂ ਨਾਲ ਜਾਵਾਂਗਾ ਭਾਈ ਮਹਿਤਾਬ ਸਿੰਘ ਦੇ ਤੇ ਜਾ ਕੇ ਉਸ ਪਾਪੀ ਨੂੰ ਸੋਧਾ ਲਾ ਕੇ ਆਵਾਂਗੇ। ਇਹਨਾਂ ਦੋਵਾਂ ਜਾਣਿਆਂ ਨੇ ਪ੍ਰਣ ਕਰ ਲਿਆ ਕਿ ਅਸੀਂ ਦੋਵੇਂ ਜਾ ਕੇ ਉਹਦਾ ਪਾਪੀ ਦਾ ਸਿਰ ਵੱਢ ਕੇ ਲੈ ਕੇ ਆਵਾਂਗੇ। ਜਦੋਂ ਭਾਈ ਸੁੱਖਾ ਸਿੰਘ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ ਤੇ ਜਿਹੜਾ ਜੀਵਨ ਵੀ ਹਿਲਾ ਕੇ ਰੱਖ ਦਿੰਦਾ ਹੈ, ਕਿਉਂਕਿ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਦੇ ਰਹਿਣ ਵਾਲੇ ਹਨ ਅਤੇ 12 ਸਾਲ ਦੀ ਉਮਰ ਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਜੀ ਦੇ ਮੁਤਾਬਕ ਇਹਨਾਂ ਨੇ ਅੰਮ੍ਰਿਤ ਪਾਨ ਕੀਤਾ ਹੈ। ਅਤੇ ਉਦੋਂ ਅੰਮ੍ਰਿਤ ਪਾਨ ਕੀਤਾ ਹੈ ਜਦੋਂ ਸਿੱਖਾਂ ਦਾ ਪੱਤਾ ਪੱਤਾ ਵੈਰੀ ਸੀ, ਭਾਵ ਕਿ ਇੱਥੋਂ ਤੱਕ ਲੋਕ ਗੱਲਾਂ ਕਰਦੇ ਸਨ, ਜੇ ਕਿਸੇ ਨੇ ਪੁੱਛ ਲੈਣਾ ਕਿ ਤੇਰੇ ਕਿੰਨੇ ਪੁੱਤਰ ਹਨ
ਤਾਂ ਅੱਗੇ ਉਹ ਜਵਾਬ ਦੇਣਾ, ਮੇਰੇ 5 ਪੁੱਤਰ ਹਨ ਪਰ ਇਸ ਵਕਤ 4 ਰਹਿ ਗਏ ਹਨ। ਅਗਲੀ ਨੇ ਪੁੱਛਣਾ ਜਾਂ ਅਗਲੇ ਨੇ ਪੁੱਛਣਾ 4 ਰਹਿ ਗਏ, ਕੀ ਕਾਰਨ ਹੋਇਆ? ਤੇ ਉਹਨੇ ਜਵਾਬ ਦੇਣਾ, ਮੇਰੇ ਇੱਕ ਪੁੱਤਰ ਨੇ ਅੰਮ੍ਰਿਤ ਛਕ ਲਿਆ ਹੈ। ਭਾਵ ਕਿ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤ ਛਕਣਾ ਉਹ ਮੌਤ ਨੂੰ ਸਹੇੜਨ ਦੇ ਬਰਾਬਰ, ਮਰਨ ਦੇ ਬਰਾਬਰ ਹੈ। ਕਿਉਂਕਿ ਜਿਹੜਾ ਵੀ ਅੰਮ੍ਰਿਤ ਛਕਦਾ ਸੀ ਸਰਕਾਰ ਉਹਨੂੰ ਮਾਰ ਦਿੰਦੀ ਸੀ। ਤੇ ਭਾਈ ਸੁੱਖਾ ਸਿੰਘ ਨੇ ਉਹਨਾਂ ਦਿਨਾਂ ਵਿੱਚ ਅੰਮ੍ਰਿਤ ਛਕਿਆ ਤੇ ਇਤਿਹਾਸਕਾਰ ਕਹਿੰਦੇ ਹਨ, ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਹਨ, ਭਾਈ ਸੁੱਖਾ ਸਿੰਘ ਜੀ ਦੀ ਬਿਰਤੀ ਉਹਨਾਂ ਦੇ ਨਾਮ ਦੇ ਵਿੱਚ ਲੱਗੀ ਹੋਈ ਹੈ। ਬਚਪਨ ਵਿੱਚ ਹੀ ਸੇਵਾ ਨੂੰ ਬੜੀ ਤਰਜੀਹ ਦਿੰਦੇ ਹਨ, ਹਰੇਕ ਪੱਖ ਤੋਂ ਸੇਵਾ ਕਰਦੇ ਹਨ। ਕਿਸੇ ਮਹਾਂਪੁਰਸ਼ ਦਾ ਪਤਾ ਲੱਗਣਾ ਨਗਰ ਵਿੱਚ ਆਇਆ ਹੈ, ਉਹਦੀ ਜਾ ਕੇ ਸੇਵਾ ਕਰਨੀ, ਪਤਾ ਲੱਗਣੀ ਗੁਰੂ ਨਾਨਕ ਦੇਵਾ ਸੰਗਤ ਜੁੜੀ ਹੋਈ ਹੈ, ਉੱਥੇ ਜਾ ਕੇ ਸੇਵਾ ਕਰਨੀ। ਪਰ ਭਾਈ ਸੁੱਖਾ ਸਿੰਘ ਨੂੰ ਚੇਟਕ ਇੰਨੇ ਲੱਗ ਗਏ ਕਿ ਪ੍ਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਹਨ, ਪ੍ਰਮਾਤਮਾ ਨੂੰ ਹਰ ਵਕਤ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਾਣੀ ਦਾ ਪ੍ਰਭਾਵ ਇੰਨਾ ਜ਼ਿਆਦਾ ਪਿਆ, ਭਾਈ ਸੁੱਖਾ ਸਿੰਘ ਨੇ ਅੰਮ੍ਰਿਤ ਛਕ ਲਿਆ। ਕਹਿੰਦੇ ਹਨ ਇਤਿਹਾਸਕਾਰ, ਇੱਕ ਦਿਨ ਭਾਈ ਸੁੱਖਾ ਸਿੰਘ ਜੀ ਘਰੋਂ ਬਾਹਰ ਗਏ ਹੋਏ ਹਨ ਤੇ ਫੌਜ ਆ ਕੇ ਘਰੇ ਛਾਪਾ ਮਾਰਿਆ ਹੈ। ਜਦੋਂ ਛਾਪਾ ਮਾਰਿਆ ਘਰ ਦੇ ਵਿੱਚ ਭਾਈ ਸੁੱਖਾ ਸਿੰਘ ਜੀ ਮਿਲੇ ਨਹੀਂ, ਉਸ ਵਕਤ ਬਾਹਰ ਗਏ ਹੋਏ ਹਨ। ਜਦੋਂ ਵਾਪਸ ਆਏ ਤੇ ਘਰਦਿਆਂ ਨੇ ਸਮਝਾਉਣ ਦਾ ਯਤਨ ਕੀਤਾ, ਪੁੱਤਰ ਅੱਜ ਫੌਜ ਆਈ ਸੀ ਤੈਨੂੰ ਫੜਨ ਵਾਸਤੇ, ਆਪਾਂ ਕੀ ਲੈਣਾ ਹੈ ਸਿੱਖਾਂ ਦੇ ਕੋਲੋਂ, ਆਪਾਂ ਕੀ ਲੈਣਾ ਹੈ ਸਿੰਘ ਸੱਜ ਕੇ, ਆਪਾਂ ਕੀ ਲੈਣਾ ਹੈ ਅੰਮ੍ਰਿਤ ਛਕ ਕੇ, ਤੂੰ ਅੰਮ੍ਰਿਤ ਨੂੰ ਤਿਆਗ ਦੇ। ਮੈਂ ਨਹੀਂ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੁੱਤਰ ਨੂੰ ਜਿਹੜਾ ਵਾ ਉਹ ਸਰਕਾਰ ਫੜ ਕੇ ਲੈ ਜਾਵੇ ਤੇ ਮਾਰ ਦੇਵੇ। ਪਰ ਭਾਈ ਸੁੱਖਾ ਸਿੰਘ ਜੀ ਉਹਨਾਂ ਨੇ ਜਵਾਬ ਦੇ ਦਿੱਤਾ ਮਾਤਾ ਪਿਤਾ ਨੂੰ ਕਿ ਨਹੀਂ, ਮੈਂ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹਾਂ, ਅੰਮ੍ਰਿਤ ਛਕਿਆ ਗੁਰੂ ਪਾਤਸ਼ਾਹ ਜੀ ਦਾ, ਤੇ ਜੇ ਅੰਮ੍ਰਿਤ ਛਕ ਕੇ ਮੈਂ ਗੁਰੂ ਵੱਲੋਂ ਬੇਮੁਖ ਹੋ ਜਾਵਾਂ, ਮੈਨੂੰ ਨਾ ਇੱਥੇ ਢੋਈ ਹੈ ਤੇ ਨਾ ਪ੍ਰਮਾਤਮਾ ਦੀ ਦਰਗਾਹ ਵਿੱਚ ਢੋਈ ਮਿਲਣੀ ਹੈ। ਇਸ ਕਰਕੇ ਮੈਂ ਜਿਹੜਾ ਹੁਣ ਅੰਮ੍ਰਿਤ ਨੂੰ ਛੱਡਾਂਗਾ ਨਹੀਂ, ਗੁਰੂ ਦਾ ਲੜ ਫੜ ਕੇ ਹੀ ਰੱਖਾਂਗਾ। ਮਾਤਾ ਪਿਤਾ ਜੀ ਡਰ ਗਏ ਤੇ ਇਤਿਹਾਸਕਾਰ ਕਹਿੰਦੇ ਹਨ, ਇਸ ਗੱਲ ਨੂੰ ਤਕਰੀਬਨ ਹਰੇਕ ਇਤਿਹਾਸਕਾਰ ਨੇ ਕੋਟ ਕੀਤਾ ਹੈ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਹਨ, ਮਾਤਾ ਪਿਤਾ ਜੀ ਇੰਨੇ ਜ਼ਿਆਦਾ ਡਰ ਗਏ, ਉਹਨਾਂ ਨੇ ਰਾਤ ਨੂੰ ਖਾਣੇ ਦੇ ਵਿੱਚ ਬੇਹੋਸ਼ੀ ਦੀ ਦਵਾਈ ਦੇ ਦਿੱਤੀ ਤਾਂ ਜੋ ਪੁੱਤਰ ਜਿਹੜਾ ਉਹ ਬੇਹੋਸ਼ ਹੋ ਕੇ ਸੁੱਤਾ ਰਵੇ। ਰਾਤ ਨੂੰ ਜਦੋਂ ਖਾਣਾ ਖਾਧਾ ਤੇ ਭਾਈ ਸੁੱਖਾ ਸਿੰਘ ਜੀ ਬੇਹੋਸ਼ ਹੋ ਗਏ ਹਨ ਤੇ ਮਾਤਾ ਪਿਤਾ ਨੇ ਉਹਨਾਂ ਦੇ ਵਾਲ ਕੱਟ ਦਿੱਤੇ, ਕੇਸ ਕਤਲ ਕਰ ਦਿੱਤੇ ਹਨ। ਜਦੋਂ ਅੰਮ੍ਰਿਤ ਵੇਲੇ ਉੱਠਿਆ, ਜੂੜਾ ਬੰਨਣ ਲੱਗਾ ਤੇ ਸਿਰ ਦੇ ਉੱਤੇ ਵਾਲ ਨਹੀਂ ਤੇ ਰੋਣ ਲੱਗ ਪਿਆ ਉੱਚੀ ਉੱਚੀ। ਤੇ ਇਤਿਹਾਸਕਾਰ ਕਹਿੰਦੇ ਲਾਗੇ ਪਿੰਡ ਦੇ ਵਿੱਚ ਖੂਹ ਸੀ, ਜਾ ਕੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ। ਅੱਜ ਵੀ ਉਹ ਜਿਹੜਾ ਖੂਹ ਮਾੜੀ ਕੰਬੋਕੀ ਦੇ ਵਿੱਚ ਮੌਜੂਦ ਹੈ, ਜਿਹਦੇ ਵਿੱਚ ਛਾਲ ਮਾਰੀ ਹੋਈ ਸੀ, ਉੱਥੋਂ ਬਾਹਰ ਕੱਢਿਆ ਗਿਆ। ਤੇ ਕਈ ਕਹਿੰਦੇ ਹਨ ਕਿ ਉੱਥੋਂ ਦੇ ਪੰਚ ਨੇ ਸਮਝਾਇਆ, ਕਈ ਕਹਿੰਦੇ ਹਨ ਕਿ ਕਿਸੇ ਸਿੱਖ ਨੇ ਸਮਝਾਇਆ ਕਿ ਐਦਾਂ ਨਜਾਇਜ਼ ਮਰਨ ਦਾ ਕੋਈ ਵੀ ਫਾਇਦਾ ਨਹੀਂ, ਜੇ ਮਰਨਾ ਹੈ ਤੇ ਬਹਾਦਰੀ ਵਾਲਾ ਕੰਮ ਕਰਕੇ ਮਰ। ਪਤਾ ਲੱਗੇ ਸੰਸਾਰ ਦੇ ਵਿੱਚ ਕਿ ਸੁੱਖਾ ਸਿੰਘ ਨਾਮ ਦਾ ਇੱਕ ਵਿਅਕਤੀ ਆਇਆ ਸੀ, ਗੁਰੂ ਦਾ ਸਿੱਖ ਬਣਿਆ ਸੀ ਤੇ ਸੂਰਮਿਆਂ ਵਾਂਗੂ ਜਿਹੜਾ ਵਾ ਉਹ ਸੰਸਾਰ ਤੋਂ ਗਿਆ। ਉਹਨੇ ਜਦੋਂ ਅਜਿਹੇ ਬਚਨ ਸੁਣੇ ਤੇ ਇਤਿਹਾਸਕਾਰ ਕਹਿੰਦੇ ਉੱਥੋਂ ਦੇ ਕਿ ਪੰਚ ਦੀ ਘੋੜੀ ਨੂੰ ਲਿਆ ਤੇ ਘੋੜੀ ਨੂੰ ਲੈ ਕੇ ਭਾਈ ਸੁੱਖਾ ਸਿੰਘ ਜੀ ਜਾ ਕੇ ਉਹ ਜਥੇ ਦੇ ਵਿੱਚ ਰਲ ਕੇ ਸਿੱਖਾਂ ਦੇ ਵਿੱਚ ਰਲ ਗਏ ਹਨ, ਅੰਮ੍ਰਿਤ ਛਕਿਆ। ਪਰ ਅੰਦਰ ਜਿਹੜਾ ਵਾ ਉਹ ਜਿਹੜੇ ਅੰਦਰ ਖਿਆਲ ਆਇਆ ਕਿ ਜੇ ਜੀ ਮੈਂ ਘੋੜੀ ਲੈ ਕੇ ਆਇਆ ਵਾਂ, ਉਹਨੂੰ ਘੋੜੀ ਦੇ ਪੈਸੇ ਦੇਣੇ ਚਾਹੀਦੇ ਹਨ, ਕਿਉਂਕਿ ਘੋੜੀ ਜਿਹੜੀ ਮੈਂ ਚੋਰੀ ਕਰਕੇ ਲੈ ਕੇ ਆਇਆ ਹਾਂ, ਇਸ ਕਰਕੇ ਜਿਹੜਾ ਉਹਦੇ ਨਾਲ ਧੱਕਾ ਹੋ ਰਿਹਾ ਹੈ। ਇਹ ਮਨ ਦੇ ਵਿੱਚ ਖਿਆਲ ਆਇਆ। ਇੰਨੇ ਨੂੰ ਜਿਹੜਾ ਵਾ ਇੱਕ ਦਸਤਾ ਤੁਰਕਾਂ ਦਾ ਉਹ ਲੰਘ ਰਿਹਾ ਸੀ, ਇਹਨੇ ਬਹਾਦਰੀ ਦੇ ਨਾਲ ਉਸ ਦਸਤੇ ਨੂੰ ਲੁੱਟ ਲਿਆ ਅਤੇ ਕੁਝ ਪੈਸੇ ਜਿਹੜੇ ਹਨ ਪਿੰਡ ਵਿੱਚ ਭੇਜ ਦਿੱਤੇ ਤੇ ਜਿਹਦੇ ਘੋੜੇ ਸੀ ਉਹਨੂੰ ਪੈਸੇ ਦੇ ਦਿੱਤੇ ਤੇ ਵਾਧੇ ਪੈਸੇ ਜਿਹੜਾ ਇਹ ਕਹਿ ਕੇ ਭੇਜ ਦਿੱਤੇ ਕਿ ਲੰਗਰਾਂ ਦੇ ਵਿੱਚ ਪਾ ਦਿੱਤੇ ਜਾਣ। ਇਹ ਭਾਈ ਸੁੱਖਾ ਸਿੰਘ ਜੀ ਉਹ ਹੈ ਜਿਹਨੇ ਬਚਪਨ ਦੇ ਵਿੱਚ ਵਾਲ ਕੱਟੇ ਗਏ ਤੇ ਰੋਣ ਲੱਗ ਪਿਆ ਅਤੇ ਆਪਣੀ ਜਾਨ ਗਵਾਉਣ ਦੇ ਲਈ ਉਪਰਾਲਾ ਕੀਤਾ। ਪਰ ਬਾਅਦ ਦੇ ਵਿੱਚ ਫਿਰ ਸਿੰਘ ਸੱਜਿਆ
ਤਨਖਾਹ ਲਵਾਈ ਤੇ ਸੂਰਮਿਆਂ ਵਾਲੀ ਮੌਤ ਮਰ ਕੇ ਗਿਆ। ਪਰ ਜਦੋਂ ਅੱਜ ਅਸੀਂ ਵਰਤਮਾਨ ਵਿੱਚ ਵੇਖਦੇ ਹਾਂ, ਕਿਉਂਕਿ ਅਸੀਂ ਆਪਣਾ ਪੁਰਾਣਾ ਇਤਿਹਾਸ ਜ਼ਰੂਰ ਫੋਲਦੇ ਹਾਂ ਤੇ ਫੋਲਣਾ ਵੀ ਚਾਹੀਦਾ, ਕਿਉਂਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਪਰ ਜਦੋਂ ਅੱਜ ਵਰਤਮਾਨ ਵਿੱਚ ਇਸ ਇਤਿਹਾਸ ਨੂੰ ਢੁਕਾ ਕੇ ਵੇਖਾਂਗੇ ਤੇ ਅਸੀਂ ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਤੋਂ, ਉਹਨਾਂ ਦੀਆਂ ਸਿੱਖਿਆਵਾਂ ਤੋਂ ਬਹੁਤ ਜ਼ਿਆਦਾ ਦੂਰ ਜਾ ਚੁੱਕੇ ਹਾਂ, ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈ। ਨਾ ਅਸੀਂ ਕੇਸ ਰੱਖਣ ਵਾਸਤੇ ਤਿਆਰ ਹਾਂ, ਨਾ ਅਸੀਂ ਗੁਰੂ ਦੀ ਬਾਣੀ ਪੜ੍ਹਨ ਵਾਸਤੇ ਤਿਆਰ ਹਾਂ, ਨਾ ਅਸੀਂ ਅੰਮ੍ਰਿਤ ਛਕਣ ਵਾਸਤੇ ਤਿਆਰ ਹਾਂ। ਬਸ ਗੁਰੂ ਘਰ ਦੇ ਵਿੱਚ ਚੌਧਰੀਆਂ ਮਾਰਨ ਵਾਸਤੇ ਤਿਆਰ ਹਾਂ ਕਿ ਸਾਡਾ ਜਿਹੜਾ ਵਾ ਚੌਧਰਪੁਣਾ ਚੱਲਦਾ ਰਵੇ, ਪਰ ਗੁਰੂ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ। ਹਰੇਕ ਜਿਹੜਾ ਇਸੇ ਕਰਕੇ ਹੀ ਆਉਂਦਾ ਹੈ ਗੁਰਦੁਆਰੇ ਕਿ ਮੈਂ ਉੱਥੇ ਜਾ ਕੇ ਆਪਣੀ ਚੌਧਰੀ ਮਾਰ ਕੇ ਆਵਾਂ, ਉੱਥੇ ਜਾ ਕੇ ਮੈਂ ਆਪਣੀ ਰੋਹ ਪਾ ਕੇ ਆਵਾਂ। ਇਹ ਸੱਚਾਈ ਹੈ ਕਿ ਜਿਸ ਬੰਦੇ ਦੀ ਘਰ ਦੇ ਵਿੱਚ ਨਹੀਂ ਚੱਲਦੀ, ਉਹ ਜਾ ਕੇ ਗੁਰਦੁਆਰਿਆਂ ਵਿੱਚ ਗ੍ਰੰਥੀ ਦੇ ਚਲਾਉਂਦਾ ਹੈ, ਉਹ ਜਾ ਕੇ ਗੁਰੂ ਘਰ ਦੇ ਸੇਵਾਦਾਰ ਉੱਤੇ ਜਾ ਕੇ ਰੋਹ ਪਾਉਂਦਾ। ਇਹ ਸੱਚਾਈ ਹੈ, ਪਰ ਇਸ ਤਰ੍ਹਾਂ ਸਾਡਾ ਬਣਨਾ ਕੁਝ ਨਹੀਂ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਕੁਝ ਨਾ ਕੁਝ ਬਣੇ ਤਾਂ ਚੌਧਰਪੁਣੇ ਤੋਂ ਪਾਸੇ ਹੋਈਏ, ਗੁਰੂ ਦੀ ਬਾਣੀ ਦਾ ਲੜ ਫੜੀਏ, ਲੜ ਫੜ ਕੇ ਆਪਣੇ ਜੀਵਨ ਨੂੰ ਉੱਚਾ ਕਰੀਏ, ਲੜ ਫੜ ਕੇ ਗੁਰੂ ਦਾ ਆਪਣੇ ਜੀਵਨ ਨੂੰ ਜਿਹੜਾ ਸੁਚੱਜਾ ਬਣਾਈਏ, ਤਾਂ ਜੋ ਅਸੀਂ ਜਿਹੜੇ ਆਪਣੇ ਵੱਡੇ ਵਡੇਰਿਆਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਇਤਿਹਾਸ ਨੂੰ ਸੁਣਦੇ ਹਾਂ, ਉਹਨਾਂ ਦੀਆਂ ਸਿੱਖਿਆਵਾਂ ਲੈ ਕੇ ਆਪਣੇ ਜੀਵਨ ਨੂੰ ਜਿਹੜਾ ਕਾਮਯਾਬ ਬਣਾ ਸਕੀਏ, ਤਾਂ ਜੋ ਸਾਡਾ ਗੁਰਦੁਆਰੇ ਆਇਆ ਹੋਇਆ ਸਫਲ ਹੈ। ਜਿਹੜੇ ਕਾਰਨਾਂ ਕਰਕੇ ਅਸੀਂ ਆਉਂਦੇ ਹਾਂ, ਉਹ ਭਾਵੇਂ ਜਿੰਨਾ ਚਿਰ ਮਰਜ਼ੀ ਆਈ ਜਾਈਏ, ਉਹਦੇ ਲਈ ਤਾਂ ਸਤਿਗੁਰੂ ਨੇ ਸਪਸ਼ਟ ਤੌਰ ਤੇ ਬਾਣੀ ਵਿੱਚ ਕਿਹਾ ਹੋਇਆ ਹੈ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਸਤਿਗੁਰੂ ਜੀ ਕਹਿੰਦੇ ਆ ਕਰਮ ਧਰਮ ਜਿਹੜੇ ਪਖੰਡ ਕਰਕੇ ਆਉਂਦੇ ਆ, ਇਹਦਾ ਕੋਈ ਵੀ ਲਾਭ ਨਹੀਂ। ਜੇ ਆਉਣਾ ਹੈ ਤਾਂ ਨਿਮਰਤਾ ਦੇ ਨਾਲ ਆ ਕੇ ਕੁਝ ਪ੍ਰਾਪਤ ਕਰਕੇ ਜਾਈਏ, ਕਿਉਂਕਿ ਅਸੀਂ ਆਪਣੇ ਵੱਡੇ ਵਡੇਰਿਆਂ ਦੇ ਇਤਿਹਾਸ ਨੂੰ ਤਾਂ ਹੀ ਸਾਂਭ ਕੇ ਰੱਖ ਸਕਦੇ ਹਾਂ ਜੇ ਅਸੀਂ ਉਹਨਾਂ ਵਰਗੇ ਬਣਾਂਗੇ, ਤਾਂ ਉਹਨਾਂ ਦੇ ਆਦਰਸ਼ਾਂ ਤੇ, ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਕਾਮਯਾਬ ਬਣਾਵਾਂਗੇ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਭਾਈ ਬੁੱਢਾ ਸਿੰਘ ਨੇ ਐਲਾਨ ਕੀਤਾ ਤੇ ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਮਾੜੀ ਕੰਬੂ ਕੀ ਵਾਲੇ ਨਿੱਤਰ ਕੇ ਆਏ ਤੇ ਕਹਿਣ ਲੱਗੇ, ਖਾਲਸਾ ਜੀ ਅਸੀਂ ਦੋਵੇਂ ਜਾਵਾਂਗੇ, ਜਾ ਕੇ ਮੱਸਾ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਵਾਂਗੇ। ਅਸੀਂ ਜਾਂ ਮਰ ਜਾਵਾਂਗੇ ਤੇ ਜਾਂ ਮਾਰ ਕੇ ਲੈ ਕੇ ਆਵਾਂਗੇ, ਪਰ ਖਾਲੀ ਹੱਥ ਜਿਹੜਾ ਖਾਲਸੇ ਨੂੰ ਆ ਕੇ ਮੂੰਹ ਨਹੀਂ ਖਾਵਾਂਗੇ। ਦੋਵੇਂ ਜਾਣੇ ਖਾਲਸੇ ਦੇ ਅੱਗੇ ਖੜੇ ਹੋਏ ਤੇ ਕਹਿਣ ਲੱਗੇ, ਖਾਲਸਾ ਜੀ ਸਾਡੇ ਵਾਸਤੇ ਅਰਦਾਸ ਕੀਤੀ ਜਾਵੇ, ਗੁਰੂ ਘਰ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢ ਕੇ ਅਸੀਂ ਖਾਲਸੇ ਦੇ ਅੱਗੇ ਪੇਸ਼ ਕਰ ਸਕੀਏ। ਫਿਰ ਖਾਲਸਾ ਦੋਵਾਂ ਜਾਣਿਆਂ ਵਾਸਤੇ ਅਰਦਾਸ ਕਰਦਾ ਹੈ ਤੇ ਦੋਵੇਂ ਜਾਣੇ ਅਰਦਾਸਾਂ ਸੋਧਣ ਤੋਂ ਬਾਅਦ ਬੀਕਾਨੇਰ ਦੀ ਧਰਤੀ ਤੋਂ ਤੁਰਦੇ ਹਨ ਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਪਾਪੀ ਨੂੰ ਸਜ਼ਾ ਦਿੰਦੇ ਹਨ, ਉਹਦਾ ਸਿਰ ਵੱਢ ਕੇ ਖੜਦੇ ਹਨ। ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਰਨਾ